ਤਾਂ ਫਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਪੋਰਟੈਂਟ ਪਾਰਟ ਸ਼ੁਰੂ ਕਰਨ ਜਾ ਰਹੇ ਹਾਂ। ਸਾਰੇ ਇਹ ਕਹਿ ਰਹੇ ਸੀਗੇ ਕਿ ਪੰਜਾਬੀ ਦੇ ਵਿੱਚ ਬਹੁਤ ਘੱਟ ਵੀਡੀਓਜ਼ ਆਉਂਦੀਆਂ ਨੇ, ਪੰਜਾਬੀ ਗ੍ਰਾਮਰ ਦੇ ਬਾਰੇ ਕੋਈ ਵੀਡੀਓ ਬਣਾਓ। ਤੇ ਪੰਜਾਬੀ ਗ੍ਰਾਮਰ ਦੇ ਬਾਰੇ ਆਪਾਂ ਡਿਟੇਲ 'ਚ ਪੜਾਂਗੇ। ਜਿਹੋ ਜਿਹੇ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਆਉਂਦੇ ਨੇ ਉਹ ਵੀ ਆਪਾਂ ਡਿਟੇਲ 'ਚ ਪੜਾਂਗੇ। ਤਾਂ ਸ਼ੁਰੂ ਕਰਦੇ ਹਾਂ ਵਿਆਕਰਨ ਤੋਂ। ਵਿਆਕਰਨ ਕੀ ਹੁੰਦੀ ਹੈ? ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਬਾਹਰੋਂ ਨਹੀਂ ਲਏ ਜਾਂਦੇ, ਸਗੋਂ ਉਸੇ ਭਾਸ਼ਾ ਦੇ ਵਿੱਚੋਂ ਪਛਾਣੇ ਗਏ ਹੁੰਦੇ ਹਨ। ਠੀਕ ਹੈ, ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਉੱਤੇ ਇਨ ਬਿਨ ਲਾਗੂ ਨਹੀਂ ਕੀਤਾ ਜਾ ਸਕਦਾ। ਵਿਆਕਰਨ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਹਨ। ਠੀਕ ਹੈ, ਜਦੋਂ ਕਿ ਜੀਵਿਤ ਭਾਸ਼ਾ ਜਿਹੜੀ ਗਤੀਸ਼ੀਲ ਹੁੰਦੀ ਆ। ਔਰ ਜਿਹੜੇ ਵਿਆਕਰਨ ਜਿਹੜੇ ਆ ਉਹਦੇ ਕਿੰਨੇ ਭਾਗ ਨੇ? 4 ਭਾਗ ਨੇ। ਇਹ ਬਹੁਤ ਇੰਪੋਰਟੈਂਟ ਹੈ ਵੀ। ਇਹ ਪੁੱਛਿਆ ਜਾਂਦਾ ਆ ਐਗਜ਼ਾਮ ਦੇ ਵਿੱਚ ਕਿ ਵਿਆਕਰਨ ਦੇ ਕੁੱਲ ਕਿੰਨੇ ਭਾਗ ਨੇ। ਚਾਹੇ ਤੁਸੀਂ ਇੱਕ ਸਟੂਡੈਂਟ ਹੋ, ਚਾਹੇ ਤੁਸੀਂ ਕਿਸੇ ਗਵਰਨਮੈਂਟ ਐਗਜ਼ਾਮ 'ਚ ਬੈਠੇ ਹੋ, ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਉਹਦੇ ਵਿੱਚ ਨਾਮ ਦਿੱਤੇ ਜਾਣਗੇ, ਤਾਂ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਠੀਕ ਹੈ, ਪਹਿਲਾ ਕਿਹੜਾ ਹੈ? ਧੁਨੀ ਬੋਧ ਜਾਂ ਅੱਖਰ ਬੋਧ ਕਹਿੰਦੇ ਇਹਨੂੰ, ਵਰਨ ਬੋਧ ਵੀ ਕਹਿੰਦੇ ਨੇ। ਦੂਸਰਾ ਸ਼ਬਦ ਬੋਧ, ਥਰਡ ਅਰਥ ਬੋਧ, ਐਂਡ ਚੌਥਾ ਹੈਗਾ ਵਾਕ ਬੋਧ। ਉਸ ਤੋਂ ਬਾਅਦ ਧੁਨੀ ਬੋਧ ਹੁੰਦਾ ਕੀ ਹੈ? ਡਿਟੇਲ ਦੇ ਵਿੱਚ ਪਤਾ ਹੋਣਾ ਵੀ ਜ਼ਰੂਰੀ ਹੈ। ਧੁਨੀ ਬੋਧ, ਅੱਖਰ ਬੋਧ ਜਾਂ ਵਰਨ ਬੋਧ ਹੁੰਦਾ ਕੀ ਹੈ, ਤੇ ਇਹਦੀ ਪਰਿਭਾਸ਼ਾ ਵੀ ਮੈਂ ਤੁਹਾਨੂੰ ਦੱਸਾਂਗੀ। ਭਾਸ਼ਾ ਦੀ ਜਿਹੜਾ ਧੁਨੀ ਬੋਧ ਹੈ, ਭਾਸ਼ਾ ਦੀ ਸਭ ਤੋਂ ਜਿਹੜੀ ਛੋਟੀ ਇਕਾਈ ਹੈ। ਠੀਕ ਹੈ, ਜਿਹੜੀ ਧੁਨੀ ਆ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਧੁਨੀ ਦਾ ਅਰਥ ਕੀ ਹੈ? ਆਵਾਜ਼। ਮਤਲਬ ਕਿ ਜੋ ਆਪਾਂ ਆਪਣੇ ਮੂੰਹ ਬੋਲਦੇ ਉਹਨੂੰ ਕੀ ਕਿਹਾ ਜਾਂਦਾ ਹੈ? ਧੁਨੀ ਕਿਹਾ ਜਾਂਦਾ ਹੈ। ਠੀਕ ਹੈ, ਵਿਆਕਰਨ ਦੇ ਵਿੱਚ ਇਹ ਯਾਦ ਰੱਖਿਓ, ਜਿਹੜਾ ਵਰਡ ਜੋ ਵੀ ਆਪਾਂ ਆਪਣੇ ਮੂੰਹ ਬੋਲਦੇ ਆ ਉਹਨੂੰ ਧੁਨੀ ਕਿਹਾ ਜਾਂਦਾ ਆ। ਧੁਨੀਆਂ ਦੇ ਮੇਲ ਤੋਂ ਕੀ ਬਣਦੀ ਆ? ਭਾਸ਼ਾ। ਠੀਕ ਹੈ, ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਬਾਹਰ ਨਿਕਲਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਆ? ਪੰਜਾਬੀ ਧੁਨੀਆਂ ਕਿਹਾ ਜਾਂਦਾ ਆ। ਉਸ ਤੋਂ ਬਾਅਦ ਸ਼ਬਦ ਬੋਧ। ਸ਼ਬਦ ਬੋਧ ਕੀ ਹੁੰਦੇ ਨੇ? ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਧੁਨੀ ਦਾ ਜਿਹੜਾ ਲਿਖਤੀ ਚਿੰਨ੍ਹ ਹੁੰਦਾ ਉਹ ਅੱਖਰ ਹੁੰਦਾ ਆ। ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਕੀ ਆਖਿਆ ਜਾਂਦਾ? ਸ਼ਬਦ ਬੋਧ। ਸਿੰਪਲ ਯਾਦ ਰੱਖਣਾ, ਉਹ ਬੋਧ, ਠੀਕ ਹੈ, ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਆਖਿਆ ਜਾਂਦਾ ਹੈ। ਠੀਕ ਹੈ, ਧੁਨੀ ਦਾ ਲਿਖਤੀ ਚਿੰਨ੍ਹ ਕੀ ਹੁੰਦਾ ਹੈ? ਅੱਖਰ ਹੁੰਦਾ ਹੈ। ਠੀਕ ਹੈ, ਇਹ ਵੀ ਸਿੰਪਲ ਯਾਦ ਰੱਖੋ। ਬਾਕੀ ਤਾਂ 1-2 ਲਾਈਨ ਨਾਲ ਐਕਸਟਰਾ ਵੀ ਦਿੱਤੀਆਂ ਹੁੰਦੀਆਂ ਨੇ, ਜਿੱਦਾਂ ਸ਼ਬਦ ਬੋਧ ਵਿੱਚ ਲਗਾ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਮਿਲਦੀ ਹੈ। ਇਹ ਲਾਈਨ ਸਿਰਫ ਨੌਲੇਜ ਦੀ ਹੁੰਦੀ ਹੈ। ਵੈਸੇ ਇੱਥੇ ਤੱਕ ਹੀ ਡੈਫੀਨੇਸ਼ਨ ਖਤਮ ਹੋ ਜਾਂਦੀ ਹੈ, ਤਾਂ ਤੁਸੀਂ ਇੰਨਾ ਹੀ ਯਾਦ ਰੱਖਣਾ। ਉਸ ਤੋਂ ਬਾਅਦ ਅਰਥ ਬੋਧ ਕੀ ਹੁੰਦਾ ਹੈ? ਅਰਥ ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਠੀਕ ਹੈ, ਇਸ ਵਿੱਚ ਜਿਹੜਾ ਬਹੁਅਰਥਕ ਸ਼ਬਦ ਹੈ, ਸਮਾਨ ਅਰਥਕ ਸ਼ਬਦ, ਠੀਕ ਹੈ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਜਿਹੜੇ ਸ਼ਬਦ ਆ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਵਾਕ ਬੋਧ। ਵਾਕ ਬੋਧ ਕੀ ਹੁੰਦਾ ਹੈ? ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕਾਂ ਸੰਬੰਧੀ ਵਿਚਾਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਕੀ ਆਉਂਦਾ? ਭਾਸ਼ਾ ਜਾਂ ਬੋਲੀ ਕਿਹਨੂੰ ਆਖਿਆ ਜਾਂਦਾ ਹੈ? ਇਹ ਵੀ ਬਹੁਤ ਇੰਪੋਰਟੈਂਟ ਹੈ। ਭਾਸ਼ਾ ਜਾਂ ਬੋਲੀ ਕਿਸ ਨੂੰ ਆਖਦੇ ਹਨ? ਠੀਕ ਹੈ, ਬਸ ਸਿੰਪਲ ਯਾਦ ਰੱਖਣਾ ਆ, ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਜਿਹੜੇ ਆ, ਇੱਦਾਂ ਲਿਖ ਸਕਦੇ ਹੋ ਕਿ ਜਿਸ ਰਾਹੀਂ, ਠੀਕ ਹੈ, ਮਨੁੱਖ ਆਪਣੇ ਮਨ ਦੇ ਵਿਚਾਰ ਦੂਸਰਿਆਂ ਅੱਗੇ ਪ੍ਰਗਟ ਕਰਦਾ ਆ ਜਾਂ ਦੂਸਰੇ ਨਾਲ ਸਾਂਝਾ ਕਰਦਾ ਆ, ਚਾਹੇ ਉਹ ਬੋਲ ਕੇ ਹੋਵਣ ਚਾਹੇ ਉਹ ਲਿਖ ਕੇ ਹੋਣ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਠੀਕ ਹੈ, ਮਨੁੱਖ ਮੁੱਢ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਆ ਰਿਹਾ ਆ। ਠੀਕ ਹੈ, ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਜਿਹੜੇ ਆ ਉਹ ਵੱਖਰੇ ਵੱਖਰੇ ਨੇ। ਤੁਹਾਨੂੰ ਪਤਾ ਹੀ ਆ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਆ, ਇਸ਼ਾਰਿਆਂ ਨਾਲ ਜਾਂ ਤਸਵੀਰਾਂ ਦੇ ਨਾਲ ਕੀ ਆ, ਉਹ ਆਪਣੀ ਗੱਲ ਆਖਦਾ ਹੁੰਦਾ ਸੀਗਾ। ਹੌਲੀ ਹੌਲੀ ਜਿਹੜਾ ਅਜੋਕਾ ਰੂਪ ਆਇਆ ਭਾਸ਼ਾ ਦਾ, ਠੀਕ ਹੈ, ਫਿਰ ਕੀ ਆ, ਬੋਲਣ ਵਾਲੀ ਭਾਸ਼ਾ ਬਣੀ ਔਰ ਲਿਖਣ ਵਾਲੀ। ਫਿਰ ਲਿਪੀ ਦੇ ਵਿਕਸਿਤ ਹੋਣ ਦੇ ਨਾਲ ਕਿਆ ਹੋਇਆ? ਭਾਸ਼ਾ ਜਿਹੜੀ ਆ ਬੋਲਣ ਦੇ ਨਾਲ ਨਾਲ ਲਿਖੀ ਵੀ ਜਾਣ ਲੱਗ ਪਈ ਸੀਗੀ। ਸੋ ਭਾਸ਼ਾ 2 ਤਰ੍ਹਾਂ ਦੀ ਹੁੰਦੀ ਆ, ਆਮ ਬੋਲਚਾਲ ਦੀ ਭਾਸ਼ਾ ਤੇ ਸਾਹਿਤਿਕ ਜਾਂ ਟਕਸਾਲੀ ਭਾਸ਼ਾ। ਹੁਣ ਆਮ ਬੋਲਚਾਲ ਦੀ ਭਾਸ਼ਾ ਕਿਹੜੀ ਹੁੰਦੀ ਆ? ਉਹ ਭਾਸ਼ਾ ਜਿਹੜੀ ਆਪਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਠੀਕ ਹੈ, ਆਮ ਗੱਲਬਾਤ ਦੇ ਕਰਨ ਦੇ ਸਮੇਂ ਯੂਜ਼ ਕਰਦੇ ਆ। ਠੀਕ ਹੈ, ਡੇਲੀ ਆਪਾਂ ਆਪਣੀ ਲਾਈਫ ਦੇ ਵਿੱਚ ਜਿਹੜੀ ਵਰਡਿੰਗ ਯੂਜ਼ ਕਰਦੇ ਆ, ਦੈਟ ਇਜ਼ ਕਾਲਡ, ਇਹਨੂੰ ਕੀ ਕਹਿੰਦੇ ਨੇ? ਭਾਸ਼ਾ। ਕਿਹੜੀ ਭਾਸ਼ਾ? ਆਮ ਬੋਲਚਾਲ ਦੀ ਭਾਸ਼ਾ। ਠੀਕ ਹੈ, ਔਰ ਉਸ ਤੋਂ ਬਾਅਦ ਜਿਹੜੀ ਭਾਸ਼ਾ ਲਿਖਣ ਸਮੇਂ ਯੂਜ਼ ਕੀਤੀ ਜਾਂਦੀ ਉਹਨੂੰ ਕੀ ਕਹਿੰਦੇ ਆ? ਲਿਖਤੀ ਬੋਲੀ ਜਾਂ ਟਕਸਾਲੀ ਜਾਂ ਇਹਨੂੰ ਸਾਹਿਤਿਕ ਭਾਸ਼ਾ ਆਖਿਆ ਜਾਂਦਾ। ਸਭ ਤੋਂ ਈਜ਼ੀ ਹੈਗੀ ਭਾਸ਼ਾ ਜਾਂ ਬੋਲੀ। ਉਸ ਤੋਂ ਬਾਅਦ ਲਿਪੀ ਕੀ ਹੁੰਦੀ ਆ? ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਕੀ ਆਖਿਆ ਜਾਂਦਾ ਹੈ? ਲਿਪੀ ਆਖਦੇ ਹਨ।
ठीक है। वैसे इत्थे तक ही खत्म है, अगे भी फिर भी आप पढ़ लें। हर प्रमाणिक भाषा की अपनी लिपि होंगी है, ये तो तुहानूं पता ही है कि हर भाषा की अपनी लिपि होंगी। जिद्दां अपनी पंजाबी की किहड़ी है, गुरमुखी लिपि है, ठीक है। इहदी जिहड़ी हिंदी है, ठीक है, उहदी की है देवनागरी, ते अंग्रेजी भाषा की लिपि क्या है, रोमन है। बस ये याद रखना, ठीक है। आप भावें लाइन तुसीं ना लिखो, यही इस भाषा की ढुकवीं लिपि है। तो उस तो बाद की है वर्णमाला की होंगी है, ठीक है। ये भी इंपोर्टेंट पार्ट है पंजाब का, ठीक है, पंजाबी ग्रामर का। वर्णमाला की होंगी है, गुरमुखी ਅੱਖਰ ਜਿਹੜੇ ਆ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਗੁਰਮੁਖੀ ਵਰਣਮਾਲਾ। ਸਿੰਪਲ ਯਾਦ ਰੱਖਣਾ, ਗੁਰਮੁਖੀ ਅੱਖਰ ਜਿਹੜੇ ਆ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਨੇ ਉਹਨੂੰ ਕੀ ਕਿਹਾ ਜਾਂਦਾ ਹੈ, ਵਰਣਮਾਲਾ, ਗੁਰਮੁਖੀ ਵਰਣਮਾਲਾ। ਪਹਿਲਾਂ ਜਿਹੜੀ ਗੁਰਮੁਖੀ ਵਰਣਮਾਲਾ ਦੇ 35 ਅੱਖਰ ਹੁੰਦੇ ਸੀਗੇ, ਠੀਕ ਹੈ। ਉਸ ਤੋਂ ਬਾਅਦ 6 ਅੱਖਰ ਜਿਹੜੇ ਐਡ ਹੋ ਗਏ ਸੀ, ਸਭ ਨੂੰ ਪਤਾ ਹੀ ਹੋਏਗਾ। ਪਹਿਲਾਂ 35 ਅੱਖਰ ਹੀ ਕਿਹਾ ਜਾਂਦਾ ਸੀਗਾ ਗੁਰਮੁਖੀ ਨੂੰ ਵਰਣਮਾਲਾ ਨੂੰ, ठीक है। उस तो बाद की है अरबी तो फारसी धुनियां अंकित करने के लिए 5 अखर जोड़े ऐड कर दिए गए थे, जिदा सस्से पैर बिंदी, खखे पैर बिंदी, गग्गे पैर, जज्जे पैर, फफे पैर बिंदी, ठीक है। ये छे 6 मिला के फिर किन्ने बन गए, 41 बन गए एक्चुअल के, ठीक है। तो 40 लिखे, वैसे 41 बने से 6 अखर ऐड हुए, 5 नहीं सी होए, ठीक है। तो ये तुम लिख सकते हो। उस तो बाद बस यही ये इंपोर्टेंट है वर्णमाला के, ठीक है। बाकी ये भी तुम याद कर लो वर्णमाला ये इन्होंने सही लिखा, देखो 41 हो गए, ठीक है। उपर इन्होंने 40 लिखा, सो 41 अखर बन गए थे जोड़े आ नवे अखर से आ वाले से जोड़े ऐड हुए थे। पहला सी ऊड़े तो लैके अड़ाड़े तक, फिर आ 6 अखर ऐड हुए थे। इतों तुम भावें स्क्रीनशॉट लैके इन्हूं पढ़ भी लियो, ठीक है। उस तो बाद धुनियां जिहड़ियां ओह किन्नियां किहड़ियां हुंदियां ने, धुनियां 2 हुंदियां ने, ठीक है। धुनियां दी किन्नियां किस्मां हुंदियां ने, 2। पहली किहड़ी आ स्वर और दूसरी व्यंजन। स्वर धुनियां किहड़ियां हुंदियां ने, जिन्हां बोलण समय उच्चारण अंग जिहड़े कोई भी रुकावट नहीं पाते। स्वर धुनियां याद रखना, जिन्हां बोलण दे वेले उच्चारण अंग कोई रुकावट नहीं पाते, मतलब जिहड़ी आवाज़ है आराम नाल निकल जाती है, ठीक है। जीभ जिहड़ी तालू नाल टच नहीं होंदी या बुल नाल टच नहीं होंदे, बुल आपस टच नहीं होंदे। जिद्दां कि ऊड़ा, ऐड़ा, ईड़ी, ये तीनों क्या ने, स्वर अखर ने, ठीक है। और उच्चारण के पक्षों जे गल की जाए तो स्वर धुनियां जिहड़ियां 10 ने। ऐड़ा, ठीक है, ऐड़े नूं कन्ना, ईड़ी नूं स्यारी, ठीक है, ईड़ी नूं बिहारी, ऊड़े नूं दुलैंकड़, ऊड़े नूं औंकड़, दुलैंकड़, ठीक है, ए नूं लावां, उस तो बाद ऐड़े नूं दुलावां, ओड़ा, ठीक है, और ऐड़े नूं कनोड़ा, ठीक है। ये याद रखना। तो व्यंजन की होंगे ने, व्यंजन जिहड़े ओह धुनियां ने जिन्होंने बोलण समय उच्चारण अंग जिहड़े थोड़ी बहुत रुकावट पाते हैं, जिद्दां कि बोलण दे समय जिहड़ी जीभ है कदे तालू नाल जां कदे दंदां दे अंदरले पासे छूंदी है, या कई बार जिहड़े बुल ने वो थोड़ी देर लई मिटे जाते हैं, ठीक है, या आपस में जिद्दां टच हो जाते ना, उन्होंने कहा जाता है व्यंजन, ठीक है। पंजाबी वर्णमाला दे विच स तो लैके ल तक जिहड़े क्या आ, ये व्यंजन अखर ने। मतलब कि ऊड़ा, ऐड़ा, ईड़ी, ठीक है, इनू छड्ड के ऊड़ा, ऐड़ा, ईड़ी, इनू छड्ड के बाकी सारे क्या ने, व्यंजन ने। सिंपल इन्ना याद रखियो। उस तो बाद अनुनासिकी व्यंजन किहड़े हुंदे ने, अनुनासिकी व्यंजन जिहड़े ओह धुनियां ने जिन्हां दे उच्चारण के समय कुछ आवाज़ जिहड़ी आ ओह नक विचों बाहर निकलदी है। जिद्दां कि गुरमुखी लिपि विच किहड़े किहड़े ने अनुनासिक धुनियां नूं अंकित करन लई 5 अखर ने, जिद्दां आ जिहड़े मैंशन कीते होए, ठीक है। इयां हियां, नाना, नन्ना, म, मटर, ठीक है। उस तो बाद दूत अखर, दूत अखर किहड़े ने, ठीक है, वो अखर जिहड़ा 2 अखरां दे मेल तो बने, ठीक है। सिंपल याद रखो दूत अखर किहड़े ने, जिहड़ा अखर जिहड़ा वा 2 अखर जिहड़ा एक इधर रखे एक इधर रखे, इन्हां दोनों नूं मिला के बने, उन्होंने की किया जाता है, दूत अखर कहा जाता है, ठीक है। और इस दे विच की आ, एक अखर जिहड़ा वा वो दूजे अखर दे पैर विच लिखिया जाता है। ये याद रखना है कि एक अखर जिहड़ा वा वो दूजे दे पैर दे विच लिखिया जाता है, ठीक है। उन्होंने की किया जाता है, दूत अखर। बस इन्ना तुसीं याद रखना है, जिद्दां कि ह, र, व, ठीक है। ये बस याद रखना है। जिद्दां कि ह दी पैर जिहड़ी आ पैर दे विच वरतों नाल की बनदा है, जिद्दां पढ़ाई, जड़, अनपढ़, ठीक है, जिन्ना, ये पैर ते ही पैंदा ना दूसरा वर्ड ये विच, ते ये जिहड़े फॉर एग्जाम्पल दे लिए ने। उस तो बाद लगा की होंदियां ने, लगा जिहड़ी आ पंजाबी ग्रामर दा मोस्ट इंपोर्टेंट पार्ट है, और ये किद्दां लगदियां ने, ठीक है, ये तुहानूं याद रखना पैना। लगा जिहड़ी है स्वर धुनियां नूं अंकित करन वाले लिपि चिन्ह हैं, ठीक है। पंजाबी धुनियां तो बनते शब्दां नूं अंकित करन लई गुरमुखी अखरां नाल कुछ लगा लगदियां हैं। अखरां तो बिना इन्हां दा कोई महत्व नहीं है। सिंपल अगर तुहानूं यह समझ नहीं आ रहा ना, सिंपल यह याद रख लियो, ठीक है। जिहड़ी लगा आ ये अखरां दे नाल लगदी है, सिंपल ये लिखो अखरां दे नाल लगदी है, ठीक है। अखरां तो बिना लगा दा कोई महत्व नहीं है। जिवें कि आ देखो अपने जिदा तुहानूं समझ आंदा उस हिसाब नाल नोट्स जरूर बनाया करो। जिवें मुक्ता कोई चिन्ह नहीं जिहदे नाल, ठीक है, जिदा स
ਸਰਦ, ਸਬਰ, ਸਤਰ, ਇੱਦਾਂ ਕੰਨਾ, ਠੀਕ ਹੈ। ਸਾਲ, ਸਾਥ, ਸਾਵ, ਸਿਹਾਰੀ, ਸਿਰ, ਸਿੱਕਾ, ਬਿਹਾਰੀ, ਸੀਮਾ, ਸੀਸ। ਔਂਕੜ ਦੇ ਨਾਲ ਹੁਣ, ਸੁਣ। ਦੁਲੈਂਕੜ ਦੇ ਨਾਲ ਜਿੱਦਾਂ ਸੁਰਮਾ ਹੋ ਗਿਆ। ਲਾਂ ਦੇ ਨਾਲ ਹੋ ਗਿਆ ਕੇਲਾ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਦੁਲਾਵਾਂ ਜਿੱਦਾਂ ਪੈ ਗਈਆਂ ਸੈਰ, ਠੀਕ ਹੈ। ਉਸ ਤੋਂ ਬਾਅਦ ਹੋੜਾ, ਹੋੜੇ ਤੋਂ ਸੋਹਣਾ ਹੋ ਗਿਆ, ਸੱਚ, ਸੋਹਣਾ। ਕਨੋੜੇ ਤੋਂ ਕੀ ਹੋ ਗਿਆ, ਸੌਖਾ, ਸੋੜਾ, ਠੀਕ ਹੈ। ਇਹ ਸਾਰੀਆਂ ਕੀ ਨੇ, ਧੁਨੀਆਂ। ਇਹ ਤੁਸੀਂ ਯਾਦ ਰੱਖਣਾ ਹੈ। ਲਗਾ ਸਵਰ ਧੁਨੀਆਂ ਨੇ ਇਹ, ਠੀਕ ਹੈ। ਲਗਾ ਮੇਨ ਲਗਾ ਯਾਦ ਰੱਖਿਓ। ਮੁਕਤਾ ਜਿਹੜੀ ਆ, ਇਹ ਵੈਸੇ ਐਗਜ਼ਾਮਪਲ ਸੇ ਪੁੱਛਿਆ ਨਹੀਂ ਜਾਂਦੀਆਂ, ਬਟ ਮੈਂ ਤੁਹਾਨੂੰ ਵੈਸੇ ਹੀ ਦੱਸ ਰਹੀ ਹਾਂ, ਠੀਕ ਹੈ। ਮੁਕਤਾ ਜਿਹੜੀ ਆ, ਠੀਕ ਹੈ, ਇਹ ਕੀ ਆ, ਐੜਾ ਸਵਰ ਧੁਨੀ ਨੂੰ ਕਹਿੰਦੇ ਨੇ। ਐੜਾ ਸਵਰ ਧੁਨੀ ਕਿਹਦੀ ਹੁੰਦੀ ਹੈ, ਜਿੱਦਾਂ ਕੋਈ ਮਾਤਰਾ ਵਗੈਰਾ ਨਹੀਂ ਲੱਗਦੀ। ਘਰ ਹੋ ਗਿਆ, ਕਰਮ ਹੋ ਗਿਆ, ਠੀਕ ਹੈ। ਪਰਮ ਹੋ ਗਿਆ, ਕੁਝ ਵੀ ਇੱਦਾਂ ਦੇ ਵਰਡ ਜਿਨ੍ਹਾਂ ਨਾਲ ਕੋਈ ਮਾਤਰਾ ਵਗੈਰਾ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਕੰਨਾ, ਜਿਸ ਚੀਜ਼ ਦਾ ਕੰਨਾ ਲੱਗਦਾ, ਜਿੱਦਾਂ ਮਕਾਨ ਹੋ ਗਿਆ, ਸਾਗ ਹੋ ਗਿਆ, ਠੀਕ ਹੈ। ਇਹ ਤੁਹਾਨੂੰ ਪਤਾ ਲੱਗ ਹੀ ਜਾਓਗੇ, ਸਿੰਪਲ ਨੇ। ਤਾਂ ਸਿਹਾਰੀ ਕਿੱਥੇ ਲੱਗਦੀ, ਜਿੱਦਾਂ ਮਿਰਚ ਹੋ ਗਿਆ, ਬਲਿਹਾਰ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਬਿਹਾਰੀ ਲੱਗਦੀ ਜਿੱਥੇ ਗਰਮੀ, ਬਸਤੀ, ਔਂਕੜ, ਦੁਲੈਂਕੜ, ਸਾਰੇ ਜਿਹੜੇ ਤੁਹਾਨੂੰ ਪਤਾ ਹੀ ਹੋਣੇ ਆ, ਠੀਕ ਹੈ। ਸੋ ਆਪਾਂ ਅੱਗੇ ਵਧਦੇ, ਲਗਾਖਰ, ਇਹ ਇੰਪੋਰਟੈਂਟ ਹੈ। ਲਗਾ ਤੋਂ ਬਾਅਦ ਕੀ ਹੈ, ਲਗਾਖਰ। ਲਗਾ ਦਾ ਸੰਬੰਧ ਕੀ ਆ, ਅੱਖਰਾਂ ਨਾਲ ਹੁੰਦਾ ਆ, ਠੀਕ ਹੈ। ਲਗਾ ਜਿਹੜੀ ਸੀ ਆਪਾਂ ਉਹ 'ਚ ਕੀ ਪੜ੍ਹਿਆ ਕਿ ਲਗਾ ਜਿਹੜੀ ਆ ਅੱਖਰਾਂ ਦੇ ਨਾਲ ਉਹਦਾ ਜਿਹੜਾ ਵਾ ਮਤਲਬ ਉਹਦਾ ਸਾਥ ਬਣਦਾ ਆ। ਲਗਾ ਦਾ ਜਿਹੜਾ ਸ਼ਬਦ ਤੋਂ ਬਿਨਾਂ ਕੋਈ ਮਹੱਤਵ ਨਹੀਂ ਹੈ। ਹੁਣ ਲਗਾਖਰ, ਲਗਾਖਰ ਕੀ ਹੁੰਦਾ, ਲਗਾ ਦਾ ਸੰਬੰਧ ਜਿਹੜਾ ਅੱਖਰਾਂ ਨਾਲ ਹੁੰਦਾ ਆ। ਅੱਖਰ ਅਤੇ ਲਗ ਦੇ ਮੇਲ ਤੋਂ ਲਗਾਖਰ ਬਣਦਾ ਹੈ, ਠੀਕ ਹੈ। ਲਗਾਖਰ ਉਹ ਚਿੰਨ੍ਹ ਹਨ ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ। ਗੁਰਮੁਖੀ ਲਿਪੀ ਵਿੱਚ 3 ਲਗਾਖਰ ਹਨ, ਜਿਵੇਂ ਬਿੰਦੀ, ਟਿੱਪੀ ਅਤੇ ਅੱਧਕ। ਬਿੰਦੀ ਦੇ ਨਾਲ ਗੇਂਦ, ਨੀਂਦ, ਠੀਕ ਹੈ। ਔਰ ਟਿੱਪੀ ਦੇ ਨਾਲ ਜਿੱਦਾਂ ਹੋ ਗਿਆ ਸੰਗ, ਚੰਦ। ਹੋਰ ਅੱਧਕ ਨਾਲ ਸੱਚ, ਪੱਤਾ, ਮੱਖੀ, ਠੀਕ ਹੈ। ਉਸ ਤੋਂ ਬਾਅਦ ਬਿੰਦੀ, ਬਿੰਦੀ ਕੀ ਹੁੰਦੀ ਆ, ਬਿੰਦੀ ਜਿਹੜੀ ਆ ਨਾਸਕੀ ਸਵਰ ਧੁਨੀ ਨੂੰ ਅੰਕਿਤ ਕਰਨ ਦੇ ਲਈ ਵਰਤਿਆ ਜਾਂਦਾ, ਜਿੱਦਾਂ ਕਿ ਬਿੰਦੀ ਅਤੇ ਟਿੱਪੀ ਦੀ ਆਵਾਜ਼ ਦੇ ਉਚਾਰਨ ਦਾ ਵਿੱਚ ਕੋਈ ਅੰਤਰ ਨਹੀਂ ਹੈ, ਠੀਕ ਹੈ। ਬਿੰਦੀ 6 ਲਗਾਨ ਨਾਲ ਲਾਈ ਜਾਂਦੀ ਆ। ਕੰਨਾ, ਬਿਹਾਰੀ, ਲਾ, ਦੁਲਾਵਾਂ, ਹੋੜਾ ਤੇ ਕਨੋੜਾ, ਇਹ ਲਗਾ ਨੇ, ਠੀਕ ਹੈ। ਸਾਰੀਆਂ ਕੰਨਾ, ਬਿਹਾਰੀ, ਲਾ, ਦੁਲਾਵਾਂ, ਹੋੜਾ, ਕਨੋੜਾ, ਇਹਨਾਂ ਤੋਂ ਇਹ ਵਰਡ ਜਿਹੜੇ ਆ ਉਹ ਬਣਦੇ ਨੇ, ਠੀਕ ਹੈ। ਐਗਜ਼ਾਮਪਲ ਦੇ ਲਈ ਨੇ ਇਹ, ਭਾਵੇਂ ਤੁਸੀਂ ਆਪੇ ਇੱਥੋਂ ਪੜ੍ਹ ਲਿਓ, ਸੌਖੇ ਹੀ ਨੇ ਇਹ ਤਾਂ। ਮੇਨ ਆਪਾਂ ਡੈਫੀਨੇਸ਼ਨ 'ਤੇ ਫੋਕਸ ਕਰਨਾ ਵਾ। ਟਿੱਪੀ ਕੀ ਹੁੰਦੀ ਆ, ਇਹ ਕੀ ਆ, ਇੱਕ ਨਾਸਕੀ ਸਵਰ ਧੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਂਦੀ ਆ। ਟਿੱਪੀ ਜਿਹੜੀ ਆ 4 ਲਗਾਨ ਦੇ ਨਾਲ ਲਾਈ ਜਾਂਦੀ ਆ। ਕਿਹੜੇ ਮੁਕਤਾ, ਠੀਕ ਹੈ, ਜਿੰਨਾ ਮਤਲਬ ਕੋਈ ਵੀ ਚਿੰਨ੍ਹ ਨਹੀਂ ਹੁੰਦਾ। ਸਿਹਾਰੀ, ਔਂਕੜ, ਦੁਲੈਂਕੜ, ਜਿੱਦਾਂ ਦੰਦ, ਠੀਕ ਹੈ। ਪਿੰਡ, ਕੁੰਡ, ਰੂੰ, ਤੇ ਇਹ ਕੀ ਨੇ, ਲਗਾਵਾਂ ਨੇ ਸਾਰੀਆਂ। ਉਸ ਤੋਂ ਬਾਅਦ ਅੱਧਕ ਕੀ ਹੁੰਦਾ ਆ, ਇਹ ਕੀ ਆ, ਇਹ ਦਬਾਅ ਜਾਂ ਬਲ ਦਾ ਚਿੰਨ੍ਹ ਹੈ। ਅੱਧਕ ਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਨੂੰ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ। ਸ਼ਬਦ ਵਿੱਚ ਜਿਸ ਧੁਨੀ ਅਤੇ ਦਬਾਅ ਦਾ ਬਲ ਹੋਵੇ ਉਸ ਦੇ ਪਹਿਲੇ ਅੱਖਰ ਉੱਤੇ ਅੱਧਕ ਦਾ ਚਿੰਨ੍ਹ ਲਾਇਆ ਜਾਂਦਾ ਹੈ। ਅੱਧਕ ਜਿਹੜਾ ਵਾ 3 ਲਗਾ ਦੇ ਨਾਲ ਲਾਈ ਜਾਂਦੀ ਹੈ, ਜਿੱਦਾਂ ਕਿ ਜਿਹੜੇ ਲਗਾ ਨੇ, ਮੁਕਤਾ, ਸਿਹਾਰੀ, ਔਂਕੜ, ਇਹ 3 ਲਗਾ ਨੇ ਜਿਨ੍ਹਾਂ ਦੇ ਨਾਲ ਲਾਈ ਜਾਂਦੀ ਹੈ, ਠੀਕ ਹੈ। ਆ ਫੋਰ ਐਗਜ਼ਾਮਪਲ ਇਹਨਾਂ ਨੇ ਦਿੱਤੇ ਵੀ ਹੋਏ ਨੇ। ਉਸ ਤੋਂ ਬਾਅਦ ਇਹ ਅਭਿਆਸ ਦੇ ਕੁਐਸਚਨ ਨੇ, ਜਿੱਦਾਂ ਕਿ ਬੋਲੀ ਜਾਂ ਭਾਸ਼ਾ ਕਿਸ ਨੂੰ ਕਹਿੰਦੇ ਹਨ। ਇੱਧਰ ਦੇ ਕੁਐਸਚਨ ਤੁਸੀਂ ਨੋਟ ਕਰ ਲਓ। ਇਹ ਆਪ ਲਿਖ ਕੇ ਡੈਫੀਨੇਸ਼ਨ ਯਾਦ ਕਰਕੇ ਆਪ ਆਨਸਰ ਇਹਦੇ ਲੱਭਿਓ, ਖੁਦ ਆਨਸਰ ਸੋਲਵ ਕਰੋ। ਵਿਆਕਰਣ ਕਿਸ ਨੂੰ ਆਖਦੇ ਹਨ, ਵਿਆਕਰਣ ਦੇ ਕਿੰਨੇ ਭਾਗ ਹਨ। ਮੈਂ ਕਿਹਾ ਸੀ ਨਾ ਵਿਆਕਰਣ ਦੇ ਕਿੰਨੇ ਭਾਗ ਪੁੱਛੇ ਜਾਂਦੇ ਆ। ਲਿਪੀ ਕਿਸ ਨੂੰ ਆਖਦੇ ਹਨ, ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਦੱਸੋ। ਪੰਜਾਬੀ ਬੋਲੀ ਦੀ ਕਿਹੜੀ ਲਿਪੀ ਆ, ਦੱਸਿਆ ਵੀ ਸੀਗਾ ਮੈਂ ਤੁਹਾਨੂੰ, ਗੁਰਮੁਖੀ, ਠੀਕ ਹੈ। ਲਗਾ ਤੋਂ ਕੀ ਭਾਵ ਹੈ, ਇਹ ਕਿੰਨੀਆਂ ਅਤੇ ਕਿਹੜੀਆਂ ਹਨ। ਲਗਾਖਰ ਕਿਸ ਨੂੰ ਆਖਦੇ ਹਨ, ਇਹਨਾਂ ਦੇ ਨਾਂ ਲਿਖੋ, ਠੀਕ ਹੈ। ਤਾਂ ਫਰੈਂਡਸ, ਉਸ ਤੋਂ ਬਾਅਦ ਕੀ ਹੈ, ਸ਼ਬਦ ਬੋਧ। ਸ਼ਬਦ ਬੋਧ ਕੀ ਹੁੰਦਾ ਹੈ, ਸ਼ਬਦ ਬੋਧ ਧੁਨੀਆਂ, ਲਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਕੀ ਬਣਦਾ ਆ, ਸ਼ਬਦ ਬੋਧ ਬਣਦਾ ਆ, ਠੀਕ ਹੈ। ਯਾਦ ਰੱਖਣਾ ਆ ਕਿ ਸ਼ਬਦ ਬੋਧ ਕਿੱਦਾਂ ਬਣਦਾ ਆ, ਧੁਨੀਆਂ, ਲਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਬਣਦਾ ਆ ਸ਼ਬਦ ਬੋਧ, ਠੀਕ ਹੈ। ਜਿੱਦਾਂ ਕ, ਲ ਅਤੇ ਮ ਜਿਹੜੇ ਆ, ਇਹ ਕੀ ਆ, ਇਹਨਾਂ ਤੋਂ ਕੀ ਬਣਦਾ, ਤਿੰਨਾਂ ਨੂੰ ਮਿਲਾ ਕੇ ਕੀ ਬਣਦਾ, ਕਲਮ ਬਣਦਾ ਆ, ਠੀਕ ਹੈ, ਕਲਮ, ਠੀਕ ਹੈ। ਤੇ ਮੇਨ ਤੁਸੀਂ ਯਾਦ ਰੱਖਣਾ ਆ, ਧੁਨੀਆਂ, ਲਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਸ਼ਬਦ ਬੋਧ ਬਣਦਾ ਹੈ, ਸ਼ਬਦ ਬਣਦਾ ਹੈ, ਠੀਕ ਹੈ। ਤੇ ਇਹਨਾਂ ਦੇ ਅੱਖਰਾਂ ਦੇ ਇਸ ਇਕੱਠ ਨੂੰ ਕੀ ਆਖਦੇ ਆ, ਸ਼ਬਦ, ਠੀਕ ਹੈ। ਜਿਸ ਰਾਹੀਂ ਕਿਸੇ ਮਨੁੱਖ, ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ, ਠੀਕ ਹੈ, ਲਿਖ ਲਵੋ। ਜਿਸ ਰਾਹੀਂ ਕਿਸੇ ਮਨੁੱਖ, ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ। ਮੂਲ ਰੂਪ ਵਿੱਚ ਅਰਥ ਪੱਖੋਂ ਸ਼ਬਦ ਜਿਹੜੇ ਆ 2 ਪ੍ਰਕਾਰ ਦੇ ਹੁੰਦੇ ਨੇ। ਕਿਹੜੇ, ਸਾਰਥਕ ਸ਼ਬਦ, ਨਿਰਾਰਥਕ ਸ਼ਬਦ, ਠੀਕ ਹੈ। ਹੁਣ ਸਾਰਥਕ ਸ਼ਬਦ ਕੀ ਹੁੰਦੇ ਨੇ ਤੇ ਨਿਰਾਰਥਕ ਸ਼ਬਦ ਕੀ ਹੁੰਦੇ ਨੇ। ਸਾਰਥਕ ਸ਼ਬਦ ਕਿਹੜੇ ਹੁੰਦੇ ਨੇ, ਇਹ ਉਹ ਸ਼ਬਦ ਨੇ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਅਤੇ ਜਿਨ੍ਹਾਂ ਸ਼ਬਦਾਂ ਰਾਹੀਂ ਕਿਸੇ ਮਨੁੱਖ, ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਗਿਆ ਹੁੰਦਾ ਹੈ। ਇਹਨਾਂ ਨੂੰ ਕੀ ਕਹਿੰਦੇ ਆ, ਸਾਰਥਕ ਸ਼ਬਦ। ਨਿਰਾਰਥਕ ਸ਼ਬਦ ਕਿਹੜੇ ਹੁੰਦੇ ਨੇ,
ਉਹ ਸ਼ਬਦ ਜਿਨ੍ਹਾਂ ਦਾ ਆਪਣਾ ਕੋਈ ਵੀ ਅਰਥ ਨਹੀਂ ਹੁੰਦਾ, ਪਰੰਤੂ ਸਾਰਥਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਦਾ ਵਿਸਤਾਰ ਕਰਦੇ ਹਨ। ਠੀਕ ਹੈ, ਇੱਦਾਂ ਦਾ ਸ਼ਬਦ ਜਿਨ੍ਹਾਂ ਦਾ ਆਪਣਾ ਕੋਈ ਮੀਨਿੰਗ ਨਹੀਂ ਹੁੰਦਾ, ਲੇਕਿਨ ਸਾਰਥਕ ਜਿਹੜੇ ਸ਼ਬਦ ਹੈ ਇਹਨਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਦਾ ਵਿਸਤਾਰ ਕਰਦੇ ਹਨ। ਜਿੱਦਾਂ ਪਾਣੀ ਧਾਣੀ, ਠੀਕ ਹੈ, ਇਹ ਹੋ ਗਿਆ ਰੋਟੀ ਰਾਟੀ, ਕੱਪੜਾ ਕੁਪੜਾ, ਇਹ ਕੀ ਨੇ? ਇਹਦੇ ਵਿੱਚ ਪਾਣੀ, ਰੋਟੀ ਤੇ ਕੱਪੜਾ ਕਿਆ ਆ? ਸਾਰਥਕ ਸ਼ਬਦ ਆ। ਠੀਕ ਹੈ, ਧਾਣੀ, ਰੋਟੀ ਤੇ ਕੁਪੜਾ ਕੀ ਹੈ? ਨਿਰਾਰਥਕ ਸ਼ਬਦ। ਇਹ ਨਿਰਾਰਥਕ ਸ਼ਬਦ ਹੈ ਨਾ। ਹੁਣ ਕੱਲਾ ਕੁਪੜਾ ਲਿਖਿਆ ਹੋਵੇ, ਰਾਟੀ ਲਿਖੀ ਹੋਵੇ, ਕੋਈ ਗੱਲ ਨਹੀਂ ਨਾ ਬਣਦੀ। ਮਤਲਬ ਸਾਰਥਕ ਦੇ ਨਾਲ ਜਦੋਂ ਆ ਕੇ ਆਪਣਾ ਵਰਡ ਬਣਾਉਂਦੇ ਨੇ, ਉਹ ਕੀ ਕਹਿੰਦੇ ਨੇ? ਨਿਰਾਰਥਕ ਸ਼ਬਦ। ਉਸ ਤੋਂ ਬਾਅਦ ਕੀ ਹੈ? ਸਾਰਥਕ ਸ਼ਬਦ ਜਿਹੜੇ ਆ ਉਪਯੋਗ ਦੇ ਆਧਾਰ ਤੇ 8 ਪ੍ਰਕਾਰ ਦੇ ਹੁੰਦੇ ਨੇ ਸਾਰਥਕ ਸ਼ਬਦ। ਠੀਕ ਹੈ, ਕਿਹੜੇ ਕਿਹੜੇ? ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਕ। ਇਹ ਵੀ ਆਪਾਂ ਡਿਟੇਲ 'ਚ ਪੜ੍ਹਨਾ ਹੈਗਾ ਆ। ਠੀਕ ਹੈ, ਸਭ ਤੋਂ ਪਹਿਲਾਂ ਨਾਂਵ ਕੀ ਹੁੰਦੇ ਨੇ? ਨਾਂਵ ਜਿਹੜੇ ਹੁੰਦੇ ਨੇ, ਇਹਨਾਂ ਨੂੰ ਮੇਨ ਜਿਹੜੀ ਦੀ ਡੈਫੀਨੇਸ਼ਨ ਆ ਤਾਂ ਵੈਸੇ ਹੀ ਦਿੱਤਾ ਹੋਇਆ ਹੈ, ਤੁਸੀਂ ਪੜ੍ਹਨਾ ਭਾਵੇਂ ਪੜ੍ਹ ਵੀ ਲਿਓ, ਲੇਕਿਨ ਮੇਨ ਡੈਫੀਨੇਸ਼ਨ ਮੈਂ ਤੁਹਾਨੂੰ ਕਰਾਵਾਂਗੀ। ਜਿਹੜੇ ਸ਼ਬਦ ਕਿਸੇ ਵਸਤੂ, ਵਿਅਕਤੀ, ਸਥਾਨ, ਹਾਲਤ, ਗੁਣ, ਭਾਵ ਆਦਿ ਦਾ ਬੋਧ ਕਰਾਉਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਨਾਂਵ ਕਿਹਾ ਜਾਂਦਾ। ਜਿੱਦਾਂ ਗੀਤਾ, ਸੋਨਾ, ਜਲੰਧਰ, ਪਹਾੜ, ਖੁਸ਼ੀ ਆਦਿ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਨਾਂਵ ਨੇ 5 ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ, ਕਿਹੜੇ ਕਿਹੜੇ? ਆਮ ਨਾਂਵ ਜਾਂ ਜਾਤੀਵਾਚਕ ਨਾਂਵ, ਖਾਸਵਾਚਕ ਨਾਂਵ ਜਾਂ ਨਿਜਵਾਚਕ ਨਾਂਵ, ਵਸਤੂਵਾਚਕ ਨਾਂਵ, ਠੀਕ ਹੈ, ਇਕੱਠਵਾਚਕ ਤੇ ਭਾਵਵਾਚਕ ਨਾਂਵ ਹੁੰਦੇ ਨੇ। 5 ਤਰ੍ਹਾਂ ਦੇ ਹੁੰਦੇ ਨੇ। ਉਸ ਤੋਂ ਬਾਅਦ ਆਮ ਨਾਂਵ। ਆਮ ਨਾਂਵ ਕਿਹੜੇ ਹੁੰਦੇ ਨੇ? ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ। ਠੀਕ ਹੈ, ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ, ਉਹਨਾਂ ਨੂੰ ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ। ਜਿੱਦਾਂ ਪੁਸਤਕ, ਮਨੁੱਖ, ਸ਼ਹਿਰ ਆਦਿ। ਉਸ ਤੋਂ ਬਾਅਦ ਖਾਸ ਨਾਂਵ ਕੀ ਹੁੰਦੇ ਨੇ? ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ, ਜਿੱਦਾਂ ਜੀਵ, ਖਾਸ ਵਸਤੂ, ਖਾਸ ਸਥਾਨ ਦੇ ਨਾਂ ਦਾ ਬੋਧ ਜਿੱਥੇ ਹੁੰਦਾ ਹੈ, ਠੀਕ ਹੈ, ਉਹਨਾਂ ਨੂੰ ਕਹਿੰਦੇ ਨੇ ਖਾਸ ਨਾਂਵ। ਜਿੱਦਾਂ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਅਨੰਦਪੁਰ ਸਾਹਿਬ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਵਸਤੂਵਾਚਕ ਨਾਂਵ। ਜਿਹੜੇ ਸ਼ਬਦਾਂ ਤੋਂ ਤੋਲਣ, ਮਿਲਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੁੰਦਾ ਹੈ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਵਸਤੂਵਾਚਕ ਨਾਂਵ। ਜਿੱਦਾਂ ਸੋਨਾ, ਚਾਂਦੀ, ਕੱਪੜਾ, ਪੱਗ ਆਦਿ। ਉਸ ਤੋਂ ਬਾਅਦ ਕੀ ਨੇ? ਇਕੱਠਵਾਚਕ ਨਾਂਵ। ਠੀਕ ਹੈ, ਇਕੱਠਵਾਚਕ ਨਾਂਵ ਕੀ ਹੁੰਦਾ? ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਾਉਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ। ਜਿੱਦਾਂ ਕਿ ਫੌਜ, ਇੱਜੜ, ਠੀਕ ਹੈ, ਜਮਾਤ, ਸਭਾ ਆਦਿ। ਉਸ ਤੋਂ ਬਾਅਦ ਭਾਵਵਾਚਕ ਨਾਂਵ ਕਿਹੜੇ ਹੁੰਦੇ ਨੇ? ਜਿਹੜੇ ਸ਼ਬਦਾਂ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਦਾ ਗਿਆਨ ਹੋਵੇ, ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਜਿੱਦਾਂ ਖੁਸ਼ੀ, ਗਮੀ, ਸੱਚਾਈ, ਉਦਾਸੀ ਆਦਿ। ਹੁਣ ਇਹ ਹੈਗੇ ਪ੍ਰੈਕਟਿਸ ਕੁਐਸਚਨ, ਇਹ ਤੁਸੀਂ ਲਿਖਣੇ ਆਪਣੇ ਕੋਲ। ਉੱਪਰ ਮੈਂ ਤੁਹਾਨੂੰ ਸਾਰਾ ਪੜ੍ਹਾਤਾ। ਸਾਰਾ ਯਾਦ ਕਰਨ ਤੋਂ ਬਾਅਦ ਇਹ ਕੁਐਸਚਨ ਆਪ ਸੋਲਵ ਕਰੋ। ਨਾਂਵ ਹੁੰਦਾ ਕੀ ਹੈ, ਕਿੰਨੇ ਪ੍ਰਕਾਰ ਦਾ ਹੁੰਦਾ, ਉਦਾਹਰਨਾਂ ਦੇ ਕੇ ਦੱਸੋ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਦੀ ਪਰਿਭਾਸ਼ਾ ਦੱਸਣੀ ਹੈ। ਵਸਤੂਵਾਚਕ ਨਾਂਵ ਕੀ ਹੁੰਦਾ, ਇਕੱਠਵਾਚਕ ਕੀ ਹੁੰਦਾ, ਭਾਵਵਾਚਕ। ਲਾਸਟ 3 ਆਪਾਂ ਇਹੀ ਪੜ੍ਹੇ ਨੇ। ਠੀਕ ਹੈ, ਇਹ ਤੁਹਾਨੂੰ ਆਉਣੇ ਜ਼ਰੂਰੀ ਨੇ, ਤਾਂ ਇਹਦੀ ਪ੍ਰੈਕਟਿਸ ਤੁਸੀਂ ਆਪ ਕਰਨੀ ਆ। ਹੁਣ ਹੀ ਆਪਾਂ ਕੀ ਪੜ੍ਹਿਆ ਸੀ? ਨਾਂਵ ਪੜ੍ਹਿਆ ਸੀਗਾ। ਤੇ ਹੁਣ ਆਪਾਂ ਪੜਾਂਗੇ ਪੜਨਾਂਵ ਕੀ ਹੁੰਦਾ ਹੈ। ਠੀਕ ਹੈ, ਪੜਨਾਂਵ ਕੀ ਹੁੰਦਾ ਹੈ? ਜਿਹੜੇ ਸ਼ਬਦ ਨਾਂਵ ਦੀ ਥਾਂ ਤੇ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਹਿੰਦੇ ਨੇ। ਜਿੱਦਾਂ ਮੈਂ, ਅਸੀਂ, ਤੁਸੀਂ, ਉਹ। ਠੀਕ ਹੈ, ਔਰ ਪੜਨਾਂਵ ਦੀ ਜਿਹੜੀ ਕਿੰਨੀਆਂ ਕਿਸਮਾਂ ਹੁੰਦੀਆਂ ਨੇ? 6 ਹੁੰਦੀਆਂ ਨੇ। ਪੂਰਕਵਾਚਕ ਪੜਨਾਂਵ, ਨਿਜਵਾਚਕ ਪੜਨਾਂਵ, ਨਿਸ਼ਚੈਵਾਚਕ, ਅਨਿਸ਼ਚੈਵਾਚਕ, ਸੰਬੰਧਵਾਚਕ ਤੇ ਪ੍ਰਸ਼ਨਵਾਚਕ ਪੜਨਾਂਵ। 6 ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ, ਪਹਿਲਾ ਕੀ ਹੈ? ਪੂਰਕਵਾਚਕ ਪੜਨਾਂਵ। ਕਿਹੜੇ ਹੁੰਦੇ ਨੇ? ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਤੇ ਵਰਤਦੇ ਹਾਂ। ਠੀਕ ਹੈ, ਜਿਹੜੇ ਸ਼ਬਦਾਂ ਨੂੰ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਵਰਤਦੇ ਹਾਂ, ਉਹਨਾਂ ਨੂੰ ਕੀ ਆਖਿਆ ਜਾਂਦਾ ਹੈ? ਪੂਰਕਵਾਚਕ ਪੜਨਾਂਵ। ਜਿੱਦਾਂ ਮੈਂ, ਤੁਸੀਂ, ਉਹ ਆਦਿ। ਠੀਕ ਹੈ, ਔਰ ਜਿਹੜੇ ਪੂਰਕਵਾਚਕ ਪੜਨਾਂਵ ਹੈ, ਇਹ ਵੀ ਅੱਗੇ 3 ਤਰ੍ਹਾਂ ਦੇ ਹੁੰਦੇ ਨੇ। ਕਿਹੜੇ ਕਿਹੜੇ? ਉੱਤਮ ਪੁਰਖ ਜਾਂ ਪਹਿਲਾ ਪੁਰਖ। ਠੀਕ ਹੈ, ਉਸ ਤੋਂ ਬਾਅਦ ਮੱਧਮ ਪੁਰਖ ਔਰ ਅਨਯ ਜਾਂ ਤੀਜਾ ਪੁਰਖ। ਉੱਤਮ ਪੁਰਖ ਕੀ ਹੁੰਦਾ ਹੈ? ਜਿਹੜਾ ਪੁਰਖ ਗੱਲ ਕਰਦਾ ਹੈ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ? ਪਹਿਲਾ ਪੁਰਖ। ਜਿਹਦਾ ਮੈਂ, ਮੈਨੂੰ, ਅਸੀਂ। ਦੂਸਰਾ ਜਿਹੜਾ ਮੱਧਮ ਪੁਰਖ ਹੁੰਦਾ ਹੈ, ਠੀਕ ਹੈ, ਜਿਹਦੇ ਨਾਲ ਗੱਲ ਕੀਤੀ ਜਾਵੇ, ਉਹ ਕੀ ਹੁੰਦਾ? ਮੱਧਮ ਜਾਂ ਦੂਜਾ ਪੁਰਖ। ਜਿੱਦਾਂ ਤੂੰ, ਤੁਸੀਂ, ਤੇਰਾ, ਤੁਹਾਡਾ। ਉਸ ਤੋਂ ਬਾਅਦ ਤੀਜਾ ਪੁਰਖ ਕੀ ਹੁੰਦਾ ਹੈ? ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ। ਠੀਕ ਹੈ, ਪਹਿਲਾ ਪੁਰਖ ਗੱਲ ਕਰ ਰਿਹਾ ਹੈ, ਠੀਕ ਹੈ, ਇੱਥੇ ਗਿਆ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਹਦੇ ਨਾਲ ਗੱਲ ਕੀਤੀ ਜਾ ਰਹੀ ਹੈ, ਇੱਥੇ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ, ਜਿੱਦਾਂ ਉਹ, ਉਹਨਾਂ ਆਦਿ। ਠੀਕ ਹੈ, ਉਸ ਤੋਂ ਬਾਅਦ ਨਿਜਵਾਚਕ ਪੜਨਾਂਵ ਕੀ ਹੁੰਦਾ ਆ? ਨਿਜਵਾਚਕ ਪੜਨਾਂਵ ਹੁੰਦਾ ਆ ਜਿਹੜੇ ਸ਼ਬਦ ਕਰਤਾ ਦੇ ਨਾਲ ਆ ਕੇ ਉਸਦੇ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ, ਉਸ ਨੂੰ ਨਿਜਵਾਚਕ ਪੜਨਾਂਵ ਆਖਿਆ ਜਾਂਦਾ। ਜਿੱਦਾਂ ਮੈਂ ਆਪ ਉਸ ਨੂੰ ਸਮਝਾਇਆ, ਮੁੰਡੇ ਆਪਸ ਵਿੱਚ ਲੜਦੇ ਹਨ, ਇਹ ਕੀ ਨੇ? ਨਿਜਵਾਚਕ। ਇਹਦੇ ਵਿੱਚ ਜਿਹੜੇ ਮੈਂ, ਆਪਸ ਔਰ ਆਪ ਜਿਹੜੇ ਨੇ, ਉਹ ਕਿਆ ਨੇ? ਨਿਜਵਾਚਕ ਪੜਨਾਂਵ ਨੇ। ਜ਼ਰੂਰੀ ਨਹੀਂ ਤੁਸੀਂ ਇੰਨੀ ਵੱਡੀ ਐਗਜ਼ਾਮਪਲ ਦੇਣੀ, ਤੁਸੀਂ ਆਹ ਲਿਖ ਸਕਦੇ ਹੋ, ਮੈਂ, ਆਪਸ, ਆਪ। ਇਹ ਕੀ ਨੇ? ਨਿਜਵਾਚਕ ਪੜਨਾਂਵ। ਉਸ ਤੋਂ ਬਾਅਦ ਨਿਸ਼ਚੈਵਾਚਕ ਪੜਨਾਂਵ ਕਿਹੜੇ ਨੇ? ਠੀਕ ਹੈ, ਨਾਮ ਤੋਂ ਹੀ ਸਮਝ ਆਉਂਦਾ ਹੈ। ਠੀਕ ਹੈ, ਜਿਹੜੇ ਕਿ ਕਿਸੇ
ਇਸ਼ਾਰੇ ਵਾਲੀ ਚੀਜ਼ ਹੋਵੇ, ਜਿੱਦਾਂ ਕਿ ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਨੂੰ ਇਸ਼ਾਰਾ ਕਰਨ, ਉਸ ਦੇ ਨਾਂ ਦੀ ਥਾਂ ਤੇ ਵਰਤੇ ਜਾਣ, ਉਸ ਨੂੰ ਕੀ ਆਖਿਆ ਜਾਂਦਾ ਹੈ? ਨਿਸ਼ਚੈਵਾਚਕ ਪੜਨਾਂਵ। ਜਿੱਦਾਂ ਉਹ ਕੁਝ ਬਣ ਰਿਹਾ ਹੈ, ਠੀਕ ਹੈ, ਇਹ ਬੜਾ ਹਾਜ਼ਰ ਜਵਾਬ ਹੈ, ਉਹ ਤੇ ਇਹ ਇਹਦੇ ਵਿੱਚ ਨਿਸ਼ਚੈਵਾਚਕ ਪੜਨਾਂਵ ਨੇ। ਉਸ ਤੋਂ ਬਾਅਦ ਅਨਿਸ਼ਚੈਵਾਚਕ, ਇਹ ਕਿਹੜਾ ਹੁੰਦਾ ਆ? ਜਿਹੜਾ ਸ਼ਬਦ, ਜਿਹੜੇ ਪੜਨਾਂਵ ਜਿਹੜੇ ਆ ਸ਼ਬਦਾਂ ਤੋਂ ਕਿਸੇ ਵਿਅਕਤੀ, ਸਥਾਨ, ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੈਪੂਰਵਕ ਗਿਆਨ ਨਾ ਦੇਵੇ। ਨਿਸ਼ਚੈਪੂਰਵਕ ਚ ਕੀ ਸੀਗਾ? ਨਿਸ਼ਚੈਪੂਰਵਕ ਗਿਆਨ ਦਵੇ, ਇਹ 'ਚ ਨਿਸ਼ਚੈਪੂਰਵਕ ਗਿਆਨ ਨਾ ਦਵੇ, ਠੀਕ ਹੈ, ਇਹਨੂੰ ਕਹਿੰਦੇ ਅਨਿਸ਼ਚੈਵਾਚਕ ਪੜਨਾਂਵ ਕਿਹਾ ਜਾਂਦਾ ਹੈ। ਕੋਈ ਗੀਤ ਗਾ ਰਿਹਾ, ਜਿੱਦਾਂ ਕੋਈ ਵੀ ਹੋ ਸਕਦਾ ਉਹ, ਠੀਕ ਹੈ, ਪਰਟੀਕੂਲਰ ਨਾਮ ਨਹੀਂ ਹੈ ਨਾ, ਪਰਟੀਕੂਲਰ ਬੰਦੇ ਦਾ ਨਾਮ ਨਹੀਂ ਲਿਖਿਆ ਨਾ, ਤੇ 'ਚ ਕੋਈ ਤੇ ਕਈ ਕਿਆ ਆ? ਅਨਿਸ਼ਚੈਵਾਚਕ ਪੜਨਾਂਵ, ਠੀਕ ਹੈ। ਇੱਥੇ ਕਈ ਗਾਉਂਦੇ ਹਨ, ਇੱਥੇ ਕਈ ਆਏ ਤੇ ਗਏ, ਠੀਕ ਹੈ, ਕਈ ਆਏ ਤੇ ਗਏ, ਉਹ ਵੀ ਕੀ ਨੇ? ਅਨਿਸ਼ਚੈਵਾਚਕ ਪੜਨਾਂਵ। ਉਸ ਤੋਂ ਬਾਅਦ ਕੀ ਹੈ? ਸੰਬੰਧਵਾਚਕ ਪੜਨਾਂਵ। ਇਹ ਕੀ ਹੁੰਦਾ ਆ? ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ ਅਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ, ਠੀਕ ਹੈ। ਜਿੱਦਾਂ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ, ਠੀਕ ਹੈ। ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਉਹ ਫੜਿਆ ਗਿਆ, ਇਹਦੇ 'ਚੋਂ ਕੀ ਹੈ? ਜੋ, ਜਿਸ, ਇਹ ਕਿਨੇ? ਸੰਬੰਧਵਾਚਕ ਪੜਨਾਂਵ, ਠੀਕ ਹੈ। ਉਸ ਤੋਂ ਬਾਅਦ ਕੀ ਆਇਆ? ਪ੍ਰਸ਼ਨਵਾਚਕ ਪੜਨਾਂਵ। ਪ੍ਰਸ਼ਨਵਾਚਕ ਪੜਨਾਂਵ ਕੀ ਹੁੰਦਾ ਹੈ? ਜਿਹੜਾ ਸ਼ਬਦ ਨਾਂਵ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ ਹੀ ਉਸ ਦੁਆਰਾ ਕੋਈ ਪੁੱਛ-ਗਿੱਛ ਕੀਤੀ ਜਾਵੇ, ਠੀਕ ਹੈ, ਉਹਨੂੰ ਕੀ ਆਖਿਆ ਜਾਂਦਾ ਹੈ? ਪ੍ਰਸ਼ਨਵਾਚਕ ਪੜਨਾਂਵ। ਜਿੱਦਾਂ ਕੋਈ ਸੋ ਰਿਹਾ ਆ, ਗਲਾਸ ਕਿਸ ਨੇ ਤੋੜਿਆ, ਠੀਕ ਹੈ, ਇਹ ਕੀ ਨੇ? ਪ੍ਰਸ਼ਨਵਾਚਕ ਪੜਨਾਂਵ। ਉਸ ਤੋਂ ਬਾਅਦ ਦੇਖੋ ਕਿਰਿਆ ਕੀ ਹੁੰਦੀ ਹੈ, ਠੀਕ ਹੈ, ਇਹ ਵੀ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਵਾ ਪੰਜਾਬੀ ਗ੍ਰਾਮਰ ਦਾ, ਠੀਕ ਹੈ। ਅਸੀਂ ਹਰੇਕ ਨੂੰ ਕਿਸੇ ਨਾ ਕਿਸੇ ਨਾਲ ਕੰਮ ਵਿੱਚ ਰੁਝੇ ਹੋਏ ਵੇਖਦੇ ਆ, ਠੀਕ ਹੈ, ਤੁਹਾਨੂੰ ਪਤਾ ਹੀ ਆ। ਇਹਦਾ ਐਕਚੁਅਲ ਦੇ ਵਿੱਚ ਕਿਰਿਆ ਹੁੰਦੀ ਕੀ ਆ? ਕਿ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ, ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕੰਮ ਦੇਖਦੇ ਆ ਹੁੰਦਾ ਹੋਇਆ, ਠੀਕ ਹੈ, ਜਾਂ ਆਪਣੇ ਆਲੇ ਦੁਆਲੇ ਜਾਂ ਆਪਣੇ ਸਾਹਮਣੇ ਹੋਏ ਕੋਈ ਨਾ ਕੋਈ ਕੰਮ ਆਪਾਂ ਦੇਖਦੇ ਆ, ਉਹਨੂੰ ਕੀ ਕਿਹਾ ਜਾਂਦਾ? ਕਿਰਿਆ ਕਿਹਾ ਜਾਂਦਾ, ਠੀਕ ਹੈ। ਆਪ ਭਾਵੇਂ ਤੁਸੀਂ ਨਾ ਲਿਖੋ, ਆਪਣੀ ਵਰਡਿੰਗ 'ਚ ਲਿਖ ਲਓ ਕਿ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਸੇ-ਪਾਸੇ ਤੁਹਾਡੇ ਜਿਹੜਾ ਕੰਮ ਹੋ ਰਿਹਾ ਉਹਨੂੰ ਹੁੰਦੇ ਹੋਏ ਵੇਖਦੇ ਆ, ਠੀਕ ਆ, ਉਹ ਕੀ ਹੁੰਦਾ ਵਾ? ਕਿਰਿਆ ਹੁੰਦੀ ਹੈ। ਜਿੱਦਾਂ ਕੋਈ ਖਾਂਦਾ ਹੈ, ਕੋਈ ਪੀਂਦਾ ਹੈ, ਠੀਕ ਹੈ। ਇੱਥੇ ਕੀ ਆ? ਪੜ੍ਹਨਾ, ਠੀਕ ਹੈ, ਲਿਖਣਾ, ਹੱਸਣਾ, ਰੋਣਾ, ਲੜਨਾ, ਖੇਡਣਾ ਆਦਿ, ਇਹ ਸਾਰੇ ਕਿਆ ਆ? ਨਿੱਤ ਦੀਆਂ ਕਿਰਿਆਵਾਂ, ਮਤਲਬ ਡੇਲੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਯੂਜ਼ ਹੁੰਦੀਆਂ ਨੇ। ਹੱਸਣਾ, ਰੋਣਾ, ਲੜਨਾ, ਖੇਡਣਾ, ਇਹ ਸਾਰੀਆਂ ਕਿਆ ਆ? ਕਿਰਿਆਵਾਂ, ਠੀਕ ਹੈ। ਤੇ ਉਸ ਤੋਂ ਬਾਅਦ ਇਹਨੂੰ ਕੀ ਕਿਹਾ ਜਾਂਦਾ? ਸਿੰਪਲ ਤੁਸੀਂ ਇਹ ਯਾਦ ਰੱਖਣਾ, ਵਿਆਕਰਣ ਵਿੱਚ ਇਹਨਾਂ ਕਿਰਿਆਵਾਂ ਲਈ ਵਰਤੇ ਜਾਣ ਸ਼ਬਦਾਂ ਨੂੰ ਕੀ ਆਖਿਆ ਜਾਂਦਾ ਹੈ? ਕਿਰਿਆ। ਜਿੱਦਾਂ ਬੱਚਾ ਖੇਡਦਾ ਹੈ, ਪੰਛੀ ਉੜਦਾ ਹੈ, ਇਹ ਕੀ ਨੇ? ਕਿਰਿਆ। ਉਸ ਤੋਂ ਬਾਅਦ ਕਿਰਿਆ ਜਿਹੜੀ ਹੁੰਦੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ? ਆਕਰਮਕ ਕਿਰਿਆ ਤੇ ਸਕਰਮਕ ਕਿਰਿਆ। ਆਕਰਮਕ ਕਿਰਿਆ ਕਿਹੜੀ ਹੁੰਦੀ ਆ? ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਹਨੂੰ ਕਹਿੰਦੇ ਆ ਆਕਰਮਕ ਕਿਰਿਆ। ਜਿੱਦਾਂ ਵਰਖਾ ਪੈ ਰਹੀ ਹੈ, ਸੂਰਜ ਨਿਕਲ ਆਇਆ ਹੈ, ਇਹ ਕੀ ਹੈ? ਆਕਰਮਕ ਕਿਰਿਆ। ਉਸ ਤੋਂ ਬਾਅਦ ਸਕਰਮਕ ਕਿਰਿਆ ਕੀ ਹੁੰਦੀ ਆ? ਠੀਕ ਹੈ, ਸਕਰਮਕ ਕਿਰਿਆ ਹੁੰਦੀ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ, ਠੀਕ ਹੈ, ਕਿਰਿਆ ਦਾ ਕਰਤਾ ਤੇ ਕਰਮ ਦੋਨੋਂ ਹੋਣ, ਉਹਨੂੰ ਕੀ ਕਹਿੰਦੇ ਆ? ਸਕਰਮਕ ਕਿਰਿਆ। ਜਿੱਦਾਂ ਮਾਤਾ ਜੀ ਰੋਟੀ ਪਕਾਉਂਦੇ ਹਨ, ਵਿਦਿਆਰਥੀ ਪਾਠ ਯਾਦ ਕਰਦੇ ਹਨ, ਇਹ ਕੀ ਨੇ? ਸਕਰਮਕ ਕਿਰਿਆ। ਹੁਣ ਇਹੋ ਜਿਹੇ ਕੁਐਸਚਨ ਵੀ ਆਉਂਦੇ ਨੇ, ਕਿਰਿਆ ਕਿਸ ਨੂੰ ਆਖਦੇ ਹਨ, ਕਰਤਾ ਤੋਂ ਕੀ ਭਾਵ ਹੈ, ਕਰਮ ਤੋਂ ਕੀ ਭਾਵ ਹੈ, ਸਾਰੀ ਡੈਫੀਨੇਸ਼ਨ ਯਾਦ ਕਰਕੇ ਇਹ ਕੁਐਸਚਨ ਆਪ ਸੋਲਵ ਕਰਿਆ ਕਰੋ ਇੱਦਾਂ ਦੇ, ਠੀਕ ਹੈ। ਇਹ ਤੁਹਾਨੂੰ ਪਤਾ ਲੱਗਦਾ ਇਹਨਾਂ ਵਾਕਾਂ ਵਿੱਚੋਂ ਕਿਰਿਆ ਸ਼ਬਦ ਤੁਸੀਂ ਲੱਭਣੇ ਆ, ਕਿਰਿਆ ਸ਼ਬਦ ਕਿਹੜੇ ਕਿਹੜੇ ਨੇ, ਠੀਕ ਹੈ। ਹੁਣ ਕਾਲ ਕੀ ਹੁੰਦਾ ਹੈ, ਠੀਕ ਹੈ, ਕਾਲ ਯਾਨੀ ਕਿ ਟਾਈਮ। ਕਾਲ ਦਾ ਮਤਲਬ ਹੁੰਦਾ ਟਾਈਮ ਯਾਨੀ ਸਮਾਂ, ਠੀਕ ਹੈ। ਇਹ ਕੀ ਹੁੰਦਾ? ਕਾਲ ਤੋਂ ਭਾਵ ਹੈ ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਆ ਉਹਨੂੰ ਕੀ ਆਖਿਆ ਜਾਂਦਾ ਆ? ਕਿਰਿਆ ਦਾ ਕਾਲ, ਠੀਕ ਹੈ। ਬਸ ਇੰਨਾ ਯਾਦ ਰੱਖਣਾ, ਸਮੇਂ ਦੇ ਅਨੁਸਾਰ, ਸਮੇਂ ਦੇ ਅਕੋਰਡਿੰਗਲੀ ਬਦਲ ਕੇ ਜਿਹੜੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਉਹਨੂੰ ਕਹਿੰਦੇ ਆ ਕਾਲ ਕਿਹਾ ਜਾਂਦਾ। ਜਿੱਦਾਂ ਰਾਮ ਪੜ੍ਹਦਾ ਹੈ, ਰਾਮ ਨੇ ਪਾਠ ਪੜ੍ਹਿਆ, ਜਾਂ ਰਾਮ ਪਾਠ ਪੜ੍ਹੇਗਾ, ਠੀਕ ਹੈ। ਇਹ ਕੀ ਆ? ਪੜ੍ਹਦਾ ਹੈ, ਜਿਹੜਾ ਪ੍ਰੈਜ਼ੈਂਟ ਚੱਲਦਾ ਪਿਆ, ਪੜ੍ਹੇਗਾ, ਇਹ ਕੀ ਫਿਊਚਰ ਵਾਲੀ ਗੱਲ ਹੋ ਗਈ। ਇੱਥੇ ਪੜ੍ਹਦਾ ਹੈ, ਪੜ੍ਹਿਆ, ਪੜ੍ਹੇਗਾ, ਇਹ ਕੀ ਹੋ ਗਿਆ? ਸ਼ਬਦ ਜਿਹੜੇ ਨੇ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਂਦੇ ਨੇ। ਉਸ ਤੋਂ ਬਾਅਦ ਜਿਹੜੇ ਕਾਲ ਉਹ ਤਿੰਨ ਤਰ੍ਹਾਂ ਦੇ ਹੁੰਦੇ, ਜੇ ਤੁਹਾਨੂੰ ਪਤਾ ਹੀ ਹੈ, ਇੰਗਲਿਸ਼ ਜਿੱਦਾਂ ਟੈਂਸ ਹੁੰਦੇ ਆ, ਪਾਸਟ, ਫਿਊਚਰ, ਠੀਕ ਹੈ, ਔਰ ਪ੍ਰੈਜ਼ੈਂਟ। ਜਿਹੜਾ ਪਾਸਟ, ਪ੍ਰੈਜ਼ੈਂਟ, ਫਿਊਚਰ ਯਾਨੀ ਭੂਤਕਾਲ, ਵਰਤਮਾਨ ਕਾਲ, ਭਵਿੱਖ ਕਾਲ, ਠੀਕ ਹੈ। ਹੁਣ ਆਪਾਂ ਡੈਫੀਨੇਸ਼ਨ ਦੇ ਨਾਲ ਪੜਾਂਗੇ। ਭੂਤਕਾਲ ਕੀ ਹੁੰਦਾ ਆ? ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਉਂਦੀ ਹੈ, ਠੀਕ ਹੈ, ਉਹਨੂੰ ਆਖਿਆ ਜਾਂਦਾ ਆ ਭੂਤਕਾਲ। ਜਿੱਦਾਂ ਰੀਟਾ ਨੇ ਪਾਠ ਪੜ੍ਹਿਆ, ਜਾਦੂਗਰ ਨੇ ਜਾਦੂ ਦਿਖਾਇਆ। ਉਸ ਤੋਂ ਬਾਅਦ
ਵਰਤਮਾਨ ਕਾਲ ਕੀ ਹੁੰਦਾ ਆ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਮੌਜੂਦਾ ਟਾਈਮ ਦੇ ਵਿੱਚ ਮਤਲਬ ਹੁਣ ਦਾ ਜਿਹੜਾ ਟਾਈਮ ਚੱਲਦਾ ਪਿਆ ਆ ਉਸ ਟਾਈਮ ਦੇ ਵੱਲ ਇਸ਼ਾਰਾ ਜਿਹੜਾ ਕਰਵਾਉਂਦੀ ਆ ਜਾਂ ਗਿਆਨ ਕਰਵਾਉਂਦੀ ਆ, ਠੀਕ ਹੈ। ਸਿੰਪਲ ਯਾਦ ਰੱਖਣਾ, ਇਹਦੇ ਵਿੱਚ ਕੀ ਹੁੰਦਾ ਆ, ਜਿਹੜੀ ਕਿਰਿਆ ਮੌਜੂਦਾ ਭਾਵ ਚੱਲ ਰਹੇ ਸਮੇਂ ਦਾ ਗਿਆਨ ਕਰਾਉਂਦੀ ਆ ਉਹਨੂੰ ਕਹਿੰਦੇ ਆ ਵਰਤਮਾਨ ਕਾਲ ਜਾਂ ਉਹਨੂੰ ਪ੍ਰੈਜ਼ੈਂਟ ਟੈਂਸ ਕਹਿੰਦੇ ਆ, ਠੀਕ ਹੈ। ਜਿੱਦਾਂ ਰੀਟਾ ਪਾਠ ਪੜ੍ਹਦੀ ਹੈ, ਜਾਦੂਗਰ ਜਾਦੂ ਵਿਖਾਉਂਦਾ ਹੈ। ਔਰ ਭਵਿੱਖ ਕਾਲ ਕੀ ਹੁੰਦਾ ਆ, ਵਾਕ ਵਿੱਚ ਜਿਹੜੀ ਕਿਰਿਆ ਜਿਹੜੀ ਆ ਆਉਣ ਵਾਲੇ ਸਮੇਂ ਹੀ ਯਾਨੀ ਕਿ ਭਵਿੱਖ ਦਾ ਫਿਊਚਰ ਦਾ ਗਿਆਨ ਕਰਾਉਂਦੀ ਆ ਉਹਨੂੰ ਕਹਿੰਦੇ ਆ ਭਵਿੱਖ ਕਾਲ ਕਿਰਿਆ, ਠੀਕ ਹੈ। ਭਵਿੱਖ ਕਾਲ ਕਹਿੰਦੇ ਆ ਉਹਨੂੰ, ਠੀਕ ਹੈ। ਟਾਈਮ ਰੀਟਾ ਪਾਠ ਪੜ੍ਹੇਗੀ, ਜਾਦੂਗਰ ਜਾਦੂ ਦਿਖਾਏਗਾ। ਉਸ ਤੋਂ ਬਾਅਦ ਨੈਕਸਟ ਅੱਗੇ ਵੱਧਦੇ ਆ।